Hello everyone, I'm your Vishal Chavda, back again with our next topic. Now we will proceed with our next chapter, moving charge and magnetism. So this is unit 3 of class 12th, moving charges and magnetism. Firstly, moving charges. So in our previous chapter, we will discuss when charge is in motion, it produces electric current. So simply ਜਦੋਂ ਕੋਈ ਚਾਰਜ ਮੂਵ ਕਰਦਾ ਹੈ ਤਾਂ ਕੀ ਪ੍ਰੋਡਿਊਸ ਕਰਦਾ ਇਲੈਕਟ੍ਰਿਕ ਕਰੰਟ ਪ੍ਰੋਡਿਊਸ ਕਰਦਾ ਆਪਾਂ ਆਪਣੇ ਸੈਕੰਡ ਯੂਨਿਟ ਕਰੰਟ ਇਲੈਕਟ੍ਰਿਸਿਟੀ ਵਿੱਚ ਪੜ੍ਹ ਸਕੇ ਹਾਂ ਵੀ ਜਦੋਂ ਚਾਰਜ ਮੂਵ ਕਰੇਗਾ ਤਾਂ ਕੀ ਪ੍ਰੋਡਿਊਸ ਹੋਏਗਾ ਇਲੈਕਟ੍ਰਿਕ ਕਰੰਟ ਪ੍ਰੋਡਿਊਸ ਹੋਏਗਾ ਜੀ ਤਾਂ ਕਰੰਟ ਕਿਸ ਡਾਇਰੈਕਸ਼ਨ ਦੇ ਵਿੱਚ ਮੂਵ ਕਰਦਾ ਹੈ ਪੋਜ਼ਿਟਿਵ ਟੂ ਨੈਗੇਟਿਵ ਆਪੋਜ਼ਿਟ ਟੂ ਦ ਡਾਇਰੈਕਸ਼ਨ ਆਫ ਇਲੈਕਟ੍ਰੋਨ ਸੋ ਸਿਮਿਲਰਲੀ ਹੁਣ ਆਪਾਂ ਰਿਲੇਸ਼ਨ ਫਾਈਂਡ ਕਰਨਾ ਮੂਵਿੰਗ ਚਾਰਜ ਦਾ ਤੇ ਮੈਗਨੇਟਿਜ਼ਮ ਦਾ ਸੋ ਫਸਟਲੀ ਚਾਰजेस ਬਾਰੇ ਗੱਲ ਹੋਗੀ ਹੁਣ ਆਪਾਂ ਗੱਲ ਕਰਦੇ ਹਾਂ ਮੈਗਨੇਟਿਜ਼ਮ ਦੀ ਸੋ ਵਾਟ ਇਜ਼ ਮੈਗਨੇਟ मैग्नेट की सिंपल लैंग्वेज ਦੇ ਵਿੱਚ ਗੱਲ ਕਰੀਏ ਚੁੰਬਕ ਅਟਰੈਕਟ ਕਰਦੀ ਹੈ ਸਮਾਲਰ ਪੀਸਿਸ ਆਫ ਆਇਰਨ ਨਿਕਲ ਕੋਬਾਲਟ ਐਟਸੈਟਰਾ ਸੋ ਸਿੰਪਲੀ ਮੈਗਨੇਟ ਦੋ ਤਰ੍ਹਾਂ ਦਾ ਹੁੰਦਾ ਹੈ ਨੈਚੁਰਲ ਮੈਗਨੇਟ ਔਰ ओरिजिनल मैग्नेट ਜਾਂ परमानेंट मैग्नेट और टेम्परेरी मैग्नेट नेचुरल मैग्नेट इज दैट मैग्नेट which are formed from rocky material or from the under of the rocks और ਜਿਹੜਾ टेम्परेरी मैग्नेट ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ मैन मेड मैग्नेट ਜਿਹੜਾ ਆਪਣੇ ਦੁਆਰਾ ਬਣਾਇਆ ਜਾਂਦਾ ਹੈ ਕਿਸ ਲਈ किस पर्पस ਲਈ ਡਿਊ ਟੂ ਮੈਗਨੇਟਿਜ਼ਮ ਲਈ ਜਾਂ ਡਿਊ ਟੂ ਕਿਸੇ ਟੈਂਪਰੇਰੀ ਮੈਗਨੇਟ ਦੀ ਯੂਜ਼ ਕਰ ਲਈ ਉਹਨੂੰ ਆਪਾਂ ਬਣਾਉਂਦੇ ਆ ਵਿਦ ਦਾ ਹੈਲਪ ਆਫ ਸੋਲਿਨੋਇਡ ਜਾਂ ਕਰੰਟ ਅਪਲਾਈ ਕਰਕੇ ਸੋ ਟੈਂਪਰੇਰੀ ਮੈਗਨੇਟ ਇਜ਼ ਅ ਬੈਸਟ ਮੈਗਨੇਟ ਐਜ਼ ਕੰਪੇਅਰ ਟੂ ओरिजिनल ਔਰ ਨਾਰਮਲ ਮੈਗਨੇਟ ਬਿਕੋਜ਼ ਉਹਦੀ ਜਿਹੜੀ ਮੈਗਨੈਟਿਕ ਸਟਰੈਂਥ ਹੈ ਉਹਨੂੰ ਆਪਾਂ ਇਨਕਰੀਜ਼ ਔਰ ਡਿਕਰੀਜ਼ ਕਰ ਸਕਦੇ ਹਾਂ ਬਟ ਜਿਹੜਾ ਪਰਮਾਨੈਂਟ ਮੈਗਨੇਟ ਹੈ ਉਹਦੀ ਆਪਾਂ ਮੈਗਨੈਟਿਕ ਸਟਰੈਂਥ ਨੂੰ ਇਨਕਰੀਜ਼ ਜਾਂ ਡਿਕਰੀਜ਼ ਨਹੀਂ ਕਰ ਸਕਦੇ ਸੋ ਅੱਜ ਆਪਾਂ ਗੱਲ ਕਰਨੀ ਹੈ ਮੈਗਨੇਟਿਜ਼ਮ ਦੀ ਸੋ ਮੈਗਨੇਟਿਜ਼ਮ ਦਾ ਰਿਲੇਸ਼ਨ ਬਣਾਉਣਾ ਕਰੰਟ ਦੇ ਨਾਲ So, firstly, Oersted is the French physicist जिन्हें डिस्कवर किया करंट और इलेक्ट्रिक करंट ते मैग्नेटिज्म का रिलेशन मींस टू से जिस जगह ते इलेक्ट्रिक करंट होएगा उस जगह ते की होएगा मैग्नेटिक फील्ड होएगी मींस टू से जिस जगह ते इलेक्ट्रिक फील्ड है उसी पॉइंट दे उत्ते मैग्नेटिक फील्ड ऑलवेज होएगी that means electric field and magnetic field are linked together मतलब एक दूसरे नाल की ने linked ने एक दूसरे नाल proportional ने so इन्हें experiment किया जी suppose एक सर्किट ले आप इतने की लगाता जी कोई बल्ब लगाता इन्हें कनेक्ट करता आप certain battery दे नाल and here it is a switch स्विच ਨੂੰ ਔਨ ਕੀਤਾ ਬਲਬ ਗਲੋ ਹੋ ਗਿਆ ਤਾਂ ਇੱਕ ਕੰਪਸ ਲਈ ਆਪਾਂ ਕਰੰਟ ਫਲੋ ਕਰੇਗਾ ਪੋਜ਼ਿਟਿਵ ਟੂ ਨੈਗੇਟਿਵ ਹਾਂਜੀ ਠੀਕ ਆਪਾਂ ਕੰਪਸ ਲਈ ਨਾਰਥ ਸਾਊਥ ਪੋਲ ਜਿਹੜੀ ਡਿਫਲੈਕਟ ਕਰ ਰਹੀ ਹੈ ਜਿਹਦੇ ਵਿੱਚ ਕੀ ਹੈ ਫ੍ਰੀਲੀ ਇੱਕ ਨੀਡਲ ਹੈ ਜਿਹੜੀ ਫ੍ਰੀਲੀ ਰੋਟੇਟ ਕਰੇਗੀ ਹੌਰੀਜ਼ੌਂਟਲ ਡਾਇਰੈਕਸ਼ਨ ਦੇ ਵਿੱਚ ਹੁਣ ਕੰਪਸ ਦੇ ਵਿੱਚ ਕੀ ਹੈ ਇੱਕ ਸਮਾਲ ਮੈਗਨੇਟ ਹੈ ਜਦੋਂ ਕੰਪਸ ਨੂੰ ਆਪਾਂ ਨੀਅਰ ਟੂ ਵਾਇਰ ਲੈ ਕੇ ਆਵਾਂਗੇ ਜਾਂ ਨੀਅਰ ਟੂ ਸਰਕਿਟ ਲੈ ਕੇ ਆਵਾਂਗੇ ਕੰਪਸ ਕੀ ਸ਼ੋ ਕਰੇਗੀ ਡਿਫਲੈਕਸ਼ਨ ਸ਼ੋ ਕਰੇਗੀ ਕੰਪਸ ਉਦੋਂ ਹੀ ਰਿਫਲੈਕਸ਼ਨ ਸ਼ੋ ਕਰਦੀ ਹੈ ਜਦੋਂ ਕੀ ਹੋਏਗਾ ਉਹਦੇ ਅਰਾਊਂਡ ਮੈਗਨੈਟਿਕ ਫੀਲਡ ਹੋਏਗਾ ਸੋ ਕੰਪਸ ਕੀ ਸ਼ੋ ਕਰ ਰਹੀ ਹੈ ਆਪਣੀ ਡਿਫਲੈਕਸ਼ਨ ਸ਼ੋ ਕਰੇਗੀ ਐਂਡ ਦਿਸ ਡਿਫਲੈਕਸ਼ਨ ਇਟ ਸ਼ੋਜ਼ ਦੈਟ ਇਟ ਪ੍ਰੂਵਸ ਦੈਟ ਇੱਥੇ ਕੀ ਆਪਣੀ ਕੋਈ ਨਾ ਕੋਈ ਮੈਗਨੈਟਿਕ ਪ੍ਰੋਪਰਟੀ ਹੈ ਜਾਂ ਕੋਈ ਇੱਥੇ ਮੈਗਨੈਟਿਕ ਫੀਲਡ ਹੈ ਜਿਹਦੇ ਕਰਕੇ ਕੰਪਸ ਨੇ ਕੀ ਸ਼ੋ ਕਰਤਾ ਡਿਫਲੈਕਸ਼ਨ ਸ਼ੋ ਕਰਤੀ ਸੋ Oersted ਇਟ ਪ੍ਰੂਵ ਦੈਟ when there is the electric current or electric field it is also a magnetic field so the compass shows deflection so ਇਹਨੇ ਕੀ ਕੀਤਾ ਇਹਨੂੰ ਪ੍ਰੂਵ ਕੀਤਾ with the help of this diagram so the next is magnetic field and bar magnet ਦੇ ਬਾਰੇ ਗੱਲ ਕਰਦੇ ਹਾਂ ਐਕਚੁਅਲ ਦੇ ਵਿੱਚ ਕੀ ਹੁੰਦਾ ਹੈ ਆਪਾਂ ਅੱਗੇ ਇਸ ਚੈਪਟਰ ਨੂੰ ਕੰਸੀਡਰ ਕਰਾਂਗੇ ਸੋ ਫਸਟਲੀ ਆ ਗਿਆ ਜੀ ਤੁਹਾਡਾ bar magnet ਆਪਾਂ ਆਪਣੀ ਲੋਅਰ ਕਲਾਸਿਸ ਦੇ ਵਿੱਚ ਇਹਨੂੰ ਪੜ੍ਹਦੇ ਹਾਂ ਇਜ਼ੀਲੀ what is bar magnet in the shape of the bar there are two poles north pole and south pole so ਦੋ poles ਹੁੰਦੇ ਨੇ ਕਿਸੇ ਵੀ ਮੈਗਨੇਟ ਦੇ north and south ਜੇ ਆਪਾਂ ਇਹਨੂੰ ਬ੍ਰੇਕ ਵੀ ਕਰ ਦਈਏ ਸੈਂਟਰ ਦੇ ਵਿੱਚ break into two parts and always again it creates two poles north and south so this is called bar magnet ये ਕੀ ਹੈ bar magnet ਇਹਦੇ ਕੁਝ ਨਾ ਕੋਈ ਅਰਾਊਂਡ ਕੀ ਹੋਏਗੀ ਫੀਲਡ ਹੋਏਗਾ ਜਾਂ ਬਾਰ ਮੈਗਨੇਟ ਦੀ ਮੈਗਨੈਟਿਕ ਫੀਲਡ ਹੋਏਗੀ so this is the bar magnet it attracts certain pieces of cobalt nickel iron and around so ਧਿਆਨ ਨਾਲ ਦੇਖਣਾ ਸਰ suppose ਆ ਕੋਈ ਦਾ ਫੀਲਡ ਹੈ
ਫੀਲਡ ਸਪੋਜ਼ ਕੋਈ ਆਇਰਨ ਦੇ ਇੱਥੇ ਆਪਣੇ ਕੋਲ ਰॉड ਇਹਨੂੰ ਇਹਨੇ ਅਟਰੈਕਟ ਨਹੀਂ ਕੀਤਾ ਬਟ ਜਦੋਂ ਹੀ ਮੈਂ ਇਸ ਫੀਲਡ ਦੇ ਵਿੱਚ ਲੈ ਕੇ ਗਿਆ ਉਸ ਆਇਰਨ ਦੀ ਰॉड ਨੂੰ ਇਹਦੇ ਨਾਲ ਕੀ ਹੋ ਗਿਆ ਅਟਰੈਕਟ ਹੋ ਗਈ ਦੈਟ ਮੀਨਸ ਇਸ ਮੈਗਨੇਟ ਦਾ ਕੋਈ ਨਾ ਕੋਈ ਕੀ ਹੈ ਫੀਲਡ ਸਟਰੈਂਥ ਹੈ ਜਿਸ ਏਰੀਆ ਵਿੱਚ ਜਿੰਨੇ ਏਰੀਆ ਵਿੱਚ ਇਹਦਾ ਕੀ ਇਫੈਕਟ ਸ਼ੋ ਕੀਤਾ ਜਾਂਦਾ ਹੈ ਉਸ ਏਰੀਆ ਨੂੰ ਕੀ ਕਹਾਂਗੇ ਦੇਖੋ ਮੈਗਨੈਟਿਕ ਫੀਲਡ ਸੋ what is magnetic field? Magnetic field is that field around the magnet in which the magnetic effect can be felt. Means to say कि उस area ਵਿੱਚ ਆਪਾਂ ਕੀ find ਕਰ ਸਕਦੇ ਹਾਂ ਉਹਦਾ magnetic strength ਨੂੰ find ਕਰ ਸਕਦੇ ਹਾਂ. So definition ਹੋਗੀ ਜੀ magnetic field is defined as that area around any magnet in which magnetic effect can be felt is called magnetic field. Means to say बार मैग्नेट या किसी भी मैग्नेट के अराउंड कोई भी एरिया स्मॉल एरिया जिस विच ਆਪਾਂ ਮੈਗਨੈਟਿਕ ਇਫੈਕਟ ਕੀ ਕੀਤਾ ਜਾਵੇ ਫੀਲ ਕੀਤਾ ਜਾਵੇ ਉਸ ਏਰੀਆ ਨੂੰ ਕੀ ਬੋਲਦੇ ਆ ਮੈਗਨੈਟਿਕ ਫੀਲਡ ਬੋਲਦੇ ਆ ਤੇ ਇਹਨੂੰ ਆਪਾਂ ਕਿਸੇ ਐਕਸਪੈਰੀਮੈਂਟ ਦੇ ਨਾਲ ਸ਼ੋ ਕਰ ਸਕਦੇ ਹਾਂ ਜੀ ਦੇਖੋ ਸੋ ਨਾਓ ਸਭ ਤੋਂ ਪਹਿਲਾਂ ਮੈਗਨੈਟਿਕ ਫੀਲਡ ਕੀ ਹੈ ਉਹਦਾ ਅਰਾਊਂਡ ਏਰੀਆ ਤੁਹਾਨੂੰ ਸ਼ੋ ਕਿੱਦਾਂ ਕਰਦੇ ਆ ਸਪੋਜ਼ ਬਾਰ ਮੈਗਨੇਟ ਇਹਦੇ ਅਰਾਊਂਡ ਕੁਝ ਲਾਈਨਸ ਨੇ this is the imaginary lines these are imaginary lines around the magnet and this line is called magnetic lines magnetic field lines बोलते हैं इन्हों ये imaginary lines ने जेड़ा simply की show करती हैं simple हाँ कोई magnet है हाँ कोई magnet है हाँ कोई line है मतलब ये लाइन की शो कर रही है जी स्ट्रेंथ शो कर रही है भी कितनी रेंज तक ओदी की है स्ट्रेंथ है ओदा फील्ड अटैच है तो फील्ड ਨੂੰ कौन शो करता है मैग्नेटिक फील्ड ਦੀ ਲਾਈਨ ਸ਼ੋ ਕਰੇ ਇਸ ਐਕਸਪੈਰੀਮੈਂਟ ਨੂੰ ਆਪਾਂ ਸਿੰਪਲੀ ਵਿਦ ਦਾ ਹੈਲਪ ਆਫ ਆਇਰਨ ਫੀਲਿੰਗਸ ਦੇ ਨਾਲ ਐਕਸਪੈਰੀਮੈਂਟ ਕਰ ਸਕਦੇ ਹਾਂ ਕਿੱਦਾਂ ਦੇਖੋ ਸਪੋਜ਼ ਕੋਈ ਆਪਾਂ ਬਾਰ ਮੈਗਨੇਟ ਲਿਆ बार मैग्नेट के ऊपर एक कार्डबोर्ड की शीट रख ली या कोई भी सिंपल पेपर रख लिया या कोई भी ट्रे कोई भी एनीथिंग ऑब्जेक्ट रख लिया ठीक है जी ਉਹਦੇ ਉੱਪਰ ਹੁਣ ਆਪਾਂ ਕੀ ਕਰਦੇ ਹਾਂ आयरन फिलिंग स्प्लिट करते हैं आयरन फिलिंग स्प्लिट करते हैं आयरन फिलिंग मतलब स्मॉल पार्टिकल्स ऑफ आयरन तो इधर फील्ड जो शो होएगा जिन्हों पर कहने हैं मैग्नेटिक फील्ड लाइन shown by magnet so this field is called magnetic field line and it easily shown by the iron fillings is a small particle जिन्हों ਆਪਾਂ with the sprinkle small कोई भी sprinkle salt sprinkle ਦੇ ਨਾਲ ਉਹਨੂੰ sprinkle ਕਰ ਦਾਂਗੇ ਤਾਂ ਆਟੋਮੈਟਿਕਲੀ ਇੱਕ ਸ਼ੇਪ ਬਣੇਗੀ ਤੇ ਜਿਹਨੂੰ ਆਪਾਂ ਬੋਲਾਂਗੇ magnetic field lines ਹਾਂਜੀ Now if we suppose a single conductor or a single straight wire, कुछ straight wire है, उधर around आपा की लिखता, बैटरी लगाती, हाँ जी, तो इससे around क्यों होगा? Magnetic field produce हो गया और एस्ट्रेड ने conclude किया, around any conductor in the जो आपा की move कर रहा है, charge move कर रहा है, जैसे बिचो current move कर रहा है, current passes through any conductor. Surrounded the space it has a certain magnetic field but in circle or in a straight conductor ਇਹਦੇ ਤੇ ਜਿਹੜੀ magnetic field ਦਾ pattern ਆਏਗਾ ਉਹ ਕੀ ਆਏਗਾ in the shape of concentric circle ਇਹਨੂੰ ਆਪਾਂ ਸ਼ੋ ਕਰਦੇ ਹਾਂ ਜੀ suppose with the help of activity ਆਪਾਂ ਕੋਈ straight conductor ਲਿੱਤਾ ਜਿਹਨੂੰ ਕਨੈਕਟ ਕੀਤਾ ਬੈਟਰੀ ਦੇ ਨਾਲ ਉੱਤੇ ਇੱਕ ਲਿੱਤੀ ਕਾਰਡਬੋਰਡ ਸ਼ੀਟ ਸੋ ਕਾਰਡਬੋਰਡ ਸ਼ੀਟ ਨੂੰ ਕੀ ਕੀਤਾ ਉਸ ਕੰਡਕਟਰ ਚੋਂ ਪਾਸ ਕਰਵਾਤਾ आफ्टर दैट ਇਹਦੇ ਉੱਤੇ ਆਪਾਂ ਕੀ ਸਪ੍ਰਿੰਕਲ ਕਰਤੀ ਹੈ ਆਇਰਨ ਫੀਲਿੰਗਸ ਵਿਦ ਦਾ ਹੈਲਪ ਆਫ ਸਾਲਟ ਸਪ੍ਰਿੰਕਲ ਇਹਦੇ ਉੱਤੇ ਇੱਕ ਕੰਸੈਂਟ੍ਰਿਕ ਸਰਕਲ ਇਸ ਸ਼ੇਪ ਦੇ ਵਿੱਚ ਇੱਕ ਪੈਟਰਨ ਸ਼ੋ ਹੋਏਗਾ ਜੀ
and this pattern is called magnetic field pattern around the straight conductor. What do you mean by concentric circle? That circle which have different radius but same center is called concentric circle. So rest to conclude that around any conductor in which the charge is moving or a current is moving around it, it shows a magnetic field around in all around the space. जिहड़ी भी around the space होगी ਉਹਦੇ ਵਿੱਚ ਕੀ ਆ जाएगा magnetic field show हो जाएगा. हाँ जी. So next topic is Ampere's swimming rule. Actually, this is the show the deflection of needle. It is called Ampere's swimming rule. According to this rule, if we imagine a man swimming along the wire, कोई man swim कर रहा है wire दे along जिस direction में अपना flow कर रहा है current in the direction of current. With this face always towards the needle, मतलब the face की है towards needle वाला. So जो current है वो enter करेगा through his sheets and leaves at his hands. कितने बाहर निकलेगा hands से. Then north pole of the magnetic field get deflected towards his left hand. मतलब ਜਿਹੜੀ north pole ਹੋਏਗਾ ਦਾ magnetic ਦਾ ਕਿਸ side ਦੇ ਵਿੱਚ deflect ਕਰ ਦੇਗਾ left hand ਦੇ ਵਿੱਚ. This rule is also known as snow rule. मतलब कि ਜੇ ਕੋਈ magnet current है ਉਹ ਕੀ pass ਕਰ ਰਿਹਾ south to north ਜਾ ਰਿਹਾ ਹੈ over or in the wire ਕਿਸੇ wire ਦੇ ਵਿੱਚ then ਜਿਹੜੀ magnetic field ਹੈ ਜਿਹੜਾ north pole ਹੈ ਕਿਸੇ ਵੀ needle ਦਾ ਉਹ ਕਿਸ towards ਕਰੇਗਾ westward. It reflected towards west. ਇਹਨੂੰ ਆਪਾਂ experiment ਨੂੰ ਇਸ rule ਨੂੰ consider ਕਰਦੇ ਹਾਂ with the help of diagram. ਹਾਂਜੀ. So in this diagram we have to prove the or consider the Ampere's swimming rule. So देखो ध्यान से first in first diagram the current flowing from positive to negative. This is a positive terminal, this is a negative terminal, and current flowing from this direction. And आपका जो कोई compass needle है क्या फील्ड देता है अराउंड क्यों होगा मैग्नेटिक फील्ड होगा अकॉर्डिंग टू स्नो रूल. सो द करंट फ्लोइंग फ्रॉम स्लो टू नॉर्थ साउथ टू नॉर्थ मूव कर रहे हैं एंड ये ਜਿਹੜੀ ਆਪਣੀ ਨੀਡਲ ਹੈ ਉਹ ਕੀ ਹੋਏਗੀ ਓਵਰ ਦਾ ਵੈਸਟ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਕੀ ਕਰ ਰਹੀ ਹੈ ਉਹਨੂੰ ਡਿਫਲੈਕਟ ਕਰ ਰਹੀ ਹੈ. ਸੋ ਨਾਰਥ ਦੇ ਵਿੱਚ ਅਪਵਰਡ ਜਾ ਰਹੀ ਹੈ ਸਾਊਥ ਦੇ ਵਿੱਚ ਡਾਊਨਵਰਡ ਜਾ ਰਹੀ ਹੈ. ਇਫ ਵੀ ਚੇਂਜ ਦ ਡਾਇਰੈਕਸ਼ਨ ਆਫ ਕਰੰਟ ਜੇ ਕਰੰਟ ਦੀ ਡਾਇਰੈਕਸ਼ਨ ਰਿਵਰਸ ਕਰਤੀ तो मैग्नेटिक फील्ड की डायरेक्शन भी रिवर्स होगी नॉर्थ वाल नीचे ਨੂੰ चलेगी साउथ वाल अपवर्ड चलेगी. तो मतलब ਜਿਹੜੀ नीडल ਦੀ ਜਿਹੜੀ डिफ्लेक्शन होगी की होगी ऑपोजिट होगी. दैट मींस with the change in direction of current it changes its magnetic field. So it shows the Ampere's swimming rule. And now we will proceed with our next topic. So our next topic is expression for the force moving charge in a magnetic field. मतलब कोई चार्ज मूव कर रहा है ਉਹਦਾ फोर्स ਦਾ एक्सप्रेशन फाइंड करना है अंडर द मैग्नेटिक. सपोज एक्स एक्सिस वाई एक्सिस जेड एक्सिस कोई चार्ज मूव कर रहा है ओ वाई डायरेक्शन ਦੇ ਵਿੱਚ. ਹਾਂਜੀ ਕਿਸ डायरेक्शन ਵਿੱਚ ओ वाई डायरेक्शन ਦੇ ਵਿੱਚ. ਹਾਂਜੀ एनी क्यू पॉजिटिव चार्ज moving the direction with o y with the velocity v under the magnetic field. Under the magnetic field. B is the symbol of magnetic field. So from this there are two components of v cos theta and perpendicular component is v sin theta. So this is angle theta and between v and b this is angle theta. So it experience a force. ਆਪਾਂ 10th क्लास ਦੇ ਵਿੱਚ ਪੜ੍ਹਦੇ ਹਾਂ ਕਿ ਅੰਡਰ ਕਿਸੇ ਮੈਗਨੈਟਿਕ ਫੀਲਡ ਦੇ ਕੋਈ ਚਾਰਜ ਮੂਵ ਕਰਦਾ ਹੈ. ਚਾਰਜ ਮੂਵ ਕਰਨ ਦੇ ਕੀ ਪ੍ਰੋਡਿਊਸ ਹੋਊਗਾ ਕਰੰਟ ਪ੍ਰੋਡਿਊਸ ਹੋਊਗਾ ਕੰਡਕਟਰ ਦੇ ਵਿੱਚ. ਤਾਂ ਉੱਤੇ ਕੀ ਐਕਸਪੀਰੀਅੰਸ ਹੋਏਗੀ ਫੋਰਸ ਐਕਸਪੀਰੀਅੰਸ ਹੋਏਗੀ. ਤੇ ਇਸ ਚਾਰਜ ਦੇ ਉੱਤੇ ਫੋਰਸ ਐਕਸਪੀਰੀਅੰਸ ਹੋਏਗੀ ਉਹ ਫੋਰਸ ਦਾ ਐਕਸਪ੍ਰੈਸ਼ਨ ਡਰਾਈਵ ਕਰ ਰਿਹਾ. ਤਾਂ ਫੋਰਸ ਕਿਸ ਚੀਜ਼ ਤੇ ਡਿਪੈਂਡ ਕਰੇਗੀ. ਸੋ ਫੋਰਸ ਫਰਸਟਲੀ ਡਿਪੈਂਡ ਅਪਨ ਜਿਹੜਾ ਚਾਰਜ ਮੂਵ ਕਰ ਰਿਹਾ ਮੈਗਨੀਟਿਊਡ ਆਫ ਚਾਰਜ. सेकंड डायरेक्टली प्रोपोर्शनल टू फोर्स is directly proportional to magnitude of charge, directly proportional to B magnetic field and directly proportional to perpendicular component of velocity V sin theta. So compare it, combine it, Q V B sin of theta. Proportionality sign टाइप किया जाएगा जी कोई constant आ जाएगा Q V B sin of theta. So अकॉर्डिंग टू दिस के की वैल्यू की पुट कर दो 1 पुट कर दो क्या वो अपना 12 दिखा जी अंदर की रह गया वीबी साइन थीटा. सो फॉर द वेक्टर कंडीशन फोर्स की कोई वेक्टर है अंडर द वेक्टर कंडीशन Q इज इक्वल्स टू V क्रॉस ऑफ B. हाँ जी आप अपनी
+1 क्लास ਦੇ ਵਿੱਚ ਪੜ੍ਹਦੇ ਆ ਵੈਕਟਰ ਪ੍ਰੋਡਕਟ ਔਰ ਸਕੇਲਰ ਪ੍ਰੋਡਕਟ A क्रॉस B ਜਿਹਨੂੰ ਆਪਾਂ ਲਿਖ ਸਕਦੇ ਆ ਵੈਕਟਰ ਕੰਡੀਸ਼ਨ ਦੇ ਵਿੱਚ AB sin of theta। so this is the VB sin theta ਇਹਨੂੰ ਆਪਾਂ ਕੀ ਕਰਕੇ ਲਿਖਤਾ ਕੰਬਾਈਨ ਕਰਕੇ ਲਿਖਤਾ V क्रॉस B। so this is the expression for force is equal to Q into V क्रॉस B। हाँ जी ਇਹਦੇ ਆਪਾਂ ਨੈਕਸਟ ਹੁਣ ਸਪੈਸ਼ਲ ਕੇਸ ਕੰਸੀਡਰ ਕਰਦੇ ਹਾਂ। Now we have to find the direction of force। तो force की direction find करनी है। What is the direction of F? Suppose आपनी मैग्नेटिक फील्ड, suppose जेड़ा चार्ज है कोई अपना पॉजिटिव चार्ज है, यानी पॉजिटिव चार्ज। So जेड़े V ते B है, वेलोसिटी ते B दोनों की ने प्लेन परपेंडिकुलर है, मतलब एंगल थीटा के बराबर है। So जेड़ी फोर्स होएगी according to right hand thumb rule की होएगी directed upward। At the time of positive charge the force is directed upward, and at the time of negative charge magnetic field, so the velocity of F is opposite, so the force is also in downward direction। At the time of positive charge force in upward direction perpendicular to the plane of paper, and at the time of negative charge force is downward at the time of perpendicular to the plane of paper according to right hand thumb rule और right hand screw rule। right hand thumb rule ਕੀ ਕਹਿੰਦਾ ਸੀ ਆਪਾਂ 10th ਕਲਾਸ ਦੇ ਵਿੱਚ ਪੜ੍ਹਦੇ ਆ, ਜਿਹੜਾ thumb ਹੈ ਉਹ ਸ਼ੋ ਕਰਦਾ ਡਾਇਰੈਕਸ਼ਨ ਆਫ ਕਰੰਟ ਨੂੰ, ਫਿੰਗਰ ਸ਼ੋ ਕਰਦੀ ਹੈ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਨੂੰ। thumb ਜੇ ਅਪਵਰਡ ਹੋਏਗਾ ਤਾਂ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਹੁੰਦੀ ਹੈ ਐਂਟੀ ਕਲੌਕਵਾਈਜ਼, ਜੇ thumb ਦੀ ਡਾਇਰੈਕਸ਼ਨ ਡਾਊਨਵਰਡ ਹੋਏਗੀ ਤਾਂ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਹੋਏਗੀ ਕਲੌਕਵਾਈਜ਼। according to this rule when ਜਦੋਂ ਚਾਰਜ ਕੀ ਹੈ ਪੋਜ਼ਿਟਿਵ ਤਾਂ ਜਿਹੜੀ ਫੋਰਸ ਹੋਏਗੀ ਅਪਵਰਡ ਫਲੋ ਕਰੇਗੀ perpendicular to the plane of paper, and when the charge is negative force applied downward and perpendicular to the plane of paper। so this is the direction of force। now so the expression ਆਪਾਂ ਬਣਾਇਆ ਕੀ ਸੀਗਾ ਜੀ QVB sin of theta। so their special case है when theta is 0 degree or 180 degree। so we know that sin 0 is also 0, sin 180 is also 0। so the force की हो जाएगी 0। that means ਜਦੋਂ ਚਾਰਜ ਤੇ ਮੈਗਨੈਟਿਕ ਫੀਲਡ ਜਾਂ ਵੈਲੋਸਿਟੀ ਜਾਂ ਮੈਗਨੈਟਿਕ ਫੀਲਡ ਦੋਨੋਂ ਆਪੋਜ਼ਿਟ ਹੋਣਗੇ ਜਾਂ ਅਲੋਂਗ ਦਾ ਡਾਇਰੈਕਸ਼ਨ ਹੋਣਗੇ, both the time ਜਿਹੜੀ ਫੋਰਸ ਕੀ ਹੋਏਗੀ 0 ਹੋਏਗੀ। at the time of theta is equals to 90 degree। so 90 degree ਤੇ sin 90 ਹੁੰਦਾ 1, ਤਾਂ force is equals to QVB 1। at that time force की होगी मैक्सिमम, मतलब जो दोनों बोथ की होंगे inclined perpendicular to each other velocity and magnetic field, so the force की लगेगी मैक्सिमम लगेगी। in third case when theta is equal to 270 degree, so at the time of 270 force की होगी sin 270 ਹੁੰਦਾ जी अपना sin 270 is equal to -1, so force आ जाएगी ਤੁਹਾਡੇ ਕੋਲ minus QVB। that time force की लगेगी ਤੁਹਾਡੀ मिनिमम लगेगी opposite to the direction of पहला ਜਿਹੜੇ ਹੁਣ ਹੈ ਤਾਂ ਵੀ perpendicular this perpendicular but in opposite direction to first case। so it means when a charged particle is at rest so it experiences no force under the magnetic field, and if a charged particle is moving perpendicular to the plane of paper or perpendicular to the magnetic field it experiences a maximum force। so this is the expression for the force moving in a magnetic field। it is also, so the direction of this force also can be determined by the Fleming's left hand rule। so what is Fleming's left hand rule? when we stretch our left hand, the first finger, thumb and the second finger, thumb shows the direction of force, first finger show the direction of magnetic field and the central finger show the direction of velocity or the current moving charge, मतलब जिस डायरेक्शन ਵਿੱਚ ਆਪਣਾ ਚਾਰਜ मूव ਕਰ ਰਿਹਾ। ਸੋ ਤਿੰਨੋਂ ਕੀ ਹੁੰਦੇ ਨੇ ਆਪਸ ਵਿੱਚ ਮਿਊਚੁਅਲੀ ਪਰਪੈਂਡੀਕੂਲਰ ਨੇ ਹੁੰਦੇ। ਇਸ ਮੈਥਡ ਦੇ ਨਾਲ ਵੀ ਆਪਾਂ ਫੋਰਸ ਦੀ ਡਾਇਰੈਕਸ਼ਨ ਨੂੰ ਫਾਈਂਡ ਕਰ ਸਕਦੇ ਹਾਂ। ਸੋ ਦੇਖਦੇ ਹਾਂ ਆਪਾਂ ਐਕਚੁਅਲ ਵਿੱਚ ਕੀ ਹੈ। so when we stretch our left hand, so this is left hand, suppose thumb, first finger and second finger, thumb shows the direction of force, first finger shows the direction of magnetic field,
field, and the second finger show the direction of moving charge, the motion of charge or current, or also known as velocity भी कह सकते हैं अपन B, V and F. With the help of this Fleming's left hand rule, we determine the force of this experiment or this moving charge. So this is the Fleming's left hand rule. हाँ जी, ਅੱਜ ਆਪਾਂ ਗੱਲ ਕੀਤੀ ਇੰਟਰੋਡਕਸ਼ਨ ਆਫ ਮੈਗਨੇਟਿਜ਼ਮ ਤੇ ਮੂਵਿੰਗ ਚਾਰਜ ਵਾਲੇ ਦੋਨਾਂ ਦਾ ਕੀ ਰਿਲੇਸ਼ਨ ਹੈ। ਆਪਣੇ ਨੈਕਸਟ ਟੌਪਿਕ ਦੇ ਵਿੱਚ ਆਪਾਂ ਇਹਨਾਂ ਦੇ ਜਿਹੜੇ ਪ੍ਰੋਸੀਡਿੰਗ ਆਰਟੀਕਲਸ ਨੇ ਉਹਨਾਂ ਨਾਲ ਡਿਸਕਸ ਕਰਾਂਗੇ। ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨੀ ਹੈ, ਸ਼ੇਅਰ ਕਰਨੀ ਹੈ ਜੀ। ਥੈਂਕ ਯੂ। So the direction of this force also can be determined by the Fleming's left hand rule. So what is Fleming's left hand rule? When we stretch our left hand, the first finger, thumb and the second finger, thumb shows the direction of force, first finger show the direction of magnetic field and the central finger show the direction of velocity or the current moving charge, मतलब जिस डायरेक्शन ਵਿੱਚ ਆਪਣਾ ਚਾਰਜ मूव कर रहे सो तीनों ਕੀ ਹੁੰਦੇ ਨੇ ਆਪਸ ਵਿੱਚ ਮਿਊਚੁਅਲੀ ਪਰਪੈਂਡੀਕੂਲਰ ਨੇ ਹੁੰਦੇ। ਇਸ ਮੈਥਡ ਦੇ ਨਾਲ ਵੀ ਆਪਾਂ ਫੋਰਸ ਦੀ ਡਾਇਰੈਕਸ਼ਨ ਨੂੰ ਫਾਈਂਡ ਕਰ ਸਕਦੇ ਹਾਂ। ਸੋ ਦੇਖਦੇ ਹਾਂ ਆਪਾਂ ਇਸ ਵਿੱਚ ਕੀ ਹੈ। So when we stretch our left hand, so this is left hand, suppose thumb, first finger and second finger. Thumb shows the direction of force, first finger show the direction of magnetic field and the second finger show the direction of moving charge, the motion of charge or current, or also known as velocity भी कह सकते हैं अपन B, V and F. With the help of this Fleming's left hand rule, we determine the force of this experiment or this moving charge. So this is the Fleming's left hand rule. हाँ जी, ਅੱਜ ਆਪਾਂ ਗੱਲ ਕੀਤੀ ਇੰਟਰੋਡਕਸ਼ਨ ਆਫ ਮੈਗਨੇਟਿਜ਼ਮ ਤੇ ਮੂਵਿੰਗ ਚਾਰਜ ਵਾਲੇ ਦੋਨਾਂ ਦਾ ਕੀ ਰਿਲੇਸ਼ਨ ਹੈ। ਆਪਣੇ ਨੈਕਸਟ ਟੌਪਿਕ ਦੇ ਵਿੱਚ ਆਪਾਂ ਇਹਨਾਂ ਦੇ ਜਿਹੜੇ ਪ੍ਰੋਸੀਡਿੰਗ ਆਰਟੀਕਲਸ ਨੇ ਉਹਨਾਂ ਨਾਲ ਡਿਸਕਸ ਕਰਾਂਗੇ। ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨੀ ਹੈ, ਸ਼ੇਅਰ ਕਰਨੀ ਹੈ ਜੀ। ਥੈਂਕ ਯੂ।